ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਦੇ ਹਜ਼ੂਰ ਅੱਜ ਨਿਰਮਲ ਭੇਖ ਦੇ ਮਹਾਨ ਵਿਦਵਾਨ ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ ਵਿਦਾਂਤਾਚਾਰਿਆ ਆਪ ਜੀ ਦੇ ਸਨਮੁਖ ਨੇ। ਅੱਜ ਦੀ ਜੋ ਸਾਡੀ ਵਿਚਾਰ ਹੈ ਉਹ ਜਿਵੇਂ ਗੁਰੂ ਕਿਰਪਾ ਦੇ ਨਾਲ ਵੱਖ-ਵੱਖ ਗੁਰੂ ਘਰ ਦੇ ਅੰਦਰ ਸੰਪਰਦਾਵਾਂ ਜੋ ਗੁਰੂ ਘਰ ਦੀਆਂ ਸੇਵਾਵਾਂ ਨਿਭਾ ਰਹੀਆਂ ਨੇ। ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਨਿਹੰਗ ਸਿੰਘ ਜਥੇਬੰਦੀਆਂ, ਸੇਵਾ ਪੰਥੀ, ਨਿਰਮਲ ਭੇਖ ਦੇ ਵਿਦਵਾਨ ਅਤੇ ਉਦਾਸੀ ਸੰਪਰਦਾਏ, ਹੋਰ ਬੇਅੰਤ ਸੰਸਥਾਵਾਂ ਨੇ ਜੋ ਗੁਰੂ ਘਰ ਦੀਆਂ ਸੇਵਾਵਾਂ ਕਰ ਰਹੀਆਂ ਨੇ। ਪਰ ਅੱਜ ਸਾਡੇ 'ਚ ਵਿਸ਼ੇਸ਼ ਕਰਕੇ ਨਿਰਮਲ ਭੇਖ ਦੀ ਜਾਣਕਾਰੀ ਦੇਣ ਦੇ ਲਈ ਸਾਡੇ ਕੋਲ ਸੰਤ ਮਹਾਪੁਰਸ਼ ਪਹੁੰਚੇ ਨੇ ਤੇ ਆਪ ਜੀ ਦੇ ਨਾਲ ਨਿਰਮਲ ਭੇਖ ਦੇ ਉੱਤੇ ਕੁਝ ਵਿਚਾਰਾਂ ਜੋ ਸਾਡੇ ਨਾਲ ਸ਼ਾਸਤਰੀ ਜੀ ਕਰਨਗੇ। ਮੈਂ ਪਹਿਲੇ ਆਪ ਜੀ ਦੀ ਸ਼ਾਸਤਰੀ ਜੀ ਨੂੰ, ਸਾਰੀ ਸੰਗਤ ਨੂੰ ਆਪ ਜੀ ਦੇ ਨਾਲ ਰੂਬਰੂ ਕਰਾਵਾਂ। ਸ਼ਾਸਤਰੀ ਜੀ ਦੀ ਇੰਟਰੋਡਕਸ਼ਨ ਉਹ ਆਪ ਜੀ ਨੂੰ ਕਰਵਾਉਣਗੇ। ਆਓ ਸਾਰੇ ਸ਼ਾਸਤਰੀ ਜੀ ਨੂੰ ਫਤਿਹ ਬੁਲਾ ਕੇ ਉਹਨਾਂ ਨੂੰ ਵੈਲਕਮ ਕਰੀਏ ਅਕਾਲ ਸਹਾਇ ਸਟੂਡੀਓ ਦੇ ਅੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਜਿੰਨੇ ਵੀ ਦਰਸ਼ਕ ਅਕਾਲ ਸਹਾਇ ਸਟੂਡੀਓ ਦੇ ਨਾਲ ਜੁੜੇ ਹੋਏ ਨੇ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਹੀ ਚੰਗਾ ਤੇ ਸੁੰਦਰ ਉਪਰਾਲਾ ਅੱਜ ਅੰਬਾਲੇ ਦੀ ਸਿੱਖ ਸੰਗਤ ਨੇ, ਇਹਨਾਂ ਗੁਰਮੁਖਾਂ ਨੇ ਕੀਤਾ ਹੈ ਕਿ ਜਿਵੇਂ ਆਪ ਜੀ ਨੂੰ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਅਲੱਗ-ਅਲੱਗ ਸੰਪਰਦਾਵਾਂ ਸਿੱਖ ਪੰਥ ਦੇ ਅੰਦਰ ਆਪਣਾ ਯੋਗਦਾਨ ਦਿੰਦੀਆਂ ਨੇ ਔਰ ਇਹ ਸਾਰੀਆਂ ਸੰਪਰਦਾਵਾਂ ਗੁਰੂ ਕਾਲ ਤੋਂ ਹੀ ਆਪਣਾ ਯੋਗਦਾਨ ਦੇ ਰਹੀਆਂ। ਇਸੇ ਤਰ੍ਹਾਂ ਹੀ ਨਿਰਮਲ ਸੰਪਰਦਾਇ ਵੀ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਪਾਤਰ ਇੱਕ ਸੰਪਰਦਾਇ ਹੈ। ਦਾਸ ਵੀ ਇਸ ਸੰਪਰਦਾਇ ਦਾ ਵਿਦਿਆਰਥੀ ਹੈ। ਦਾਸ ਨੇ ਬਨਾਰਸ ਰਹਿ ਕਰਕੇ ਬਨਾਰਸ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਵਿੱਚੋਂ ਵਿੱਦਿਆ ਪ੍ਰਾਪਤ ਕੀਤੀ ਹੈ। ਵਿਦਾਂਤਾਚਾਰੀਆ ਦਾਸ ਹੈ ਤੇ ਅੱਜ ਆਪ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਨਿਰਮਲ ਸੰਪਰਦਾਇ ਬਾਰੇ ਕੁਝ ਵਿਚਾਰ, ਜੋ ਨਿਰਮਲ ਸੰਪਰਦਾਇ ਦੀ ਵਿਸ਼ੇਸ਼ਤਾ, ਭੂਮਿਕਾ, ਆਰੰਭਤਾ ਦੀ ਕੁਝ ਜੋ ਵਿਚਾਰ ਹੈ ਕਰਨ ਦਾ ਸੁਭਾਗ ਆਪਾਂ ਨੂੰ ਸਾਰਿਆਂ ਨੂੰ ਮਿਲਿਆ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਕੁਝ ਜਿੰਨੀ ਕੁ ਬੁੱਧੀ ਮਹਾਰਾਜ ਨੇ ਬਖਸ਼ੀ ਆਪਾਂ ਇਸ ਸੰਪਰਦਾਇ ਬਾਰੇ ਵਿਚਾਰ ਕਰਨ ਦਾ ਯਤਨ ਕਰੀਏ। ਸ਼ਾਸਤਰੀ ਜੀ ਨੇ ਆਪਣੇ ਬਾਰੇ, ਆਪਣੀ ਵਿੱਦਿਆ ਦੇ ਅਧਿਐਨ ਬਾਰੇ, ਕਿੱਥੋਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ, ਉਹ ਆਪ ਜੀ ਨੂੰ ਸੰਖੇਪ ਵਿੱਚ ਦੱਸਿਆ ਹੈ। ਆਓ ਹੁਣ ਅਸੀਂ ਗੁਰੂ ਕਿਰਪਾ ਦੇ ਨਾਲ ਇਸ ਗੱਲ ਨੂੰ ਜਾਣਨਾ ਕਰੀਏ ਕਿ ਜੋ ਇਹਨਾਂ ਦੀ ਵੇਸ਼ਭੂਸ਼ਾ ਹੈ ਉਹ ਇੱਕ ਬੜਾ ਅਲੌਕਿਕ ਸਾਨੂੰ ਨਜ਼ਾਰਾ ਦੱਸਦੀ ਹੈ। ਬਹੁਤ ਇਹਨਾਂ ਦਾ ਦਿਵਯ ਸਰੂਪ ਹੈ। ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਨੇ ਜੋ ਇਹਨਾਂ ਨੂੰ ਸਰੂਪ ਬਖਸ਼ਿਸ਼ ਕੀਤਾ ਹੈ, ਆਓ ਉਸ ਦੀ ਜਾਣਕਾਰੀ ਖੁੱਲ੍ਹ ਕੇ ਵਿਚਾਰਾਂ ਆਪ ਸਾਰੀ ਸੰਗਤ ਸਰਵਣ ਕਰੋ। ਸ਼ਾਸਤਰੀ ਜੀ ਨੂੰ ਅਸੀਂ ਪ੍ਰਸ਼ਨੋਤਰੀ ਰੂਪ ਦੇ ਅੰਦਰ ਨਿਰਮਲ ਭੇਖ ਦੇ ਬਾਰੇ ਕੁਝ ਸਵਾਲ ਪੁੱਛਣ ਦੀ ਇਜਾਜ਼ਤ ਚਾਹਾਂਗੇ ਤੇ ਉਸ ਤੋਂ ਉਪਰੰਤ ਫਿਰ ਸ਼ਾਸਤਰੀ ਜੀ ਆਪ ਜੀ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਨਿਰਮਲ ਭੇਖ ਦੇ ਅੰਦਰ ਵੱਖ-ਵੱਖ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ, ਨਿਰਮਲ ਭੇਖ ਦੇ ਅੰਦਰ ਉਹਨਾਂ ਨੇ ਕਿਸ ਤਰ੍ਹਾਂ ਗੁਰਮਤ ਦੇ ਗਿਆਨ ਨੂੰ ਪ੍ਰਾਪਤ ਕੀਤਾ, ਸਿੱਖੀ ਦੇ ਨਾਲ ਸੰਗਤਾਂ ਨੂੰ ਜੋੜਿਆ। ਉਹ ਸਾਰੀ ਜਾਣਕਾਰੀ ਅੱਜ ਸ਼ਾਸਤਰੀ ਜੀ ਤੋਂ ਅਸੀਂ ਲੈਣ ਦੀ ਉਹਨਾਂ ਤੋਂ ਖੇਚਲ ਚਾਹਾਂਗੇ ਵੀ ਉਹ ਸਾਰੀ ਸੰਗਤ ਨੂੰ ਇਹ ਗਿਆਨ ਕਰਵਾਉਣ। ਤੇ ਪਹਿਲਾ ਪ੍ਰਸ਼ਨ ਸ਼ਾਸਤਰੀ ਜੀ ਜੋ ਅਸੀਂ ਅੰਬਾਲੇ ਤੋਂ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਦੀ ਪ੍ਰੇਰਣਾ ਸਦਕਾ ਨਿਰਮਲ ਭੇਖ ਬਾਰੇ ਅਸੀਂ ਆਪ ਜੀ ਨੂੰ ਮਿਲੇ ਤੇ ਹੋਰ ਨਿਰਮਲ ਭੇਖ ਦੇ ਉਦਾਸੀ ਸੰਤਾਂ ਨੂੰ ਵੀ ਅਸੀਂ ਮਿਲਦੇ ਰਹਿੰਦੇ ਹਾਂ। ਸਾਡਾ ਇੱਕ ਸਾਰਿਆਂ ਦਾ ਪ੍ਰਸ਼ਨ ਹੈ, ਸੰਗਤ ਦਾ ਵੀ, ਕਿ ਨਿਰਮਲ ਭੇਖ ਦੀ ਜੋ ਪ੍ਰਾਰੰਭਤਾ ਹੈ, ਜੋ ਸਟਾਰਟਿੰਗ ਹੈ, ਜੋ ਇਨੀਸ਼ੀਏਸ਼ਨ ਹੈ, ਉਹ ਸਾਨੂੰ ਦੱਸੋ ਵੀ ਕਿੱਧਰੋਂ ਹੋਈ, ਨਿਰਮਲ ਭੇਖ ਕਿਸ ਤਰ੍ਹਾਂ ਹੋਣ ਦੀ ਚਾਹਿਆ। ਨਿਰਮਲ ਸੰਪਰਦਾਇ ਦੀ ਹੋਂਦ, ਆਰੰਭਤਾ ਜਾਂ ਜਿਹੜੀ ਸ਼ੁਰੂਆਤ ਹੈ, ਇਹ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਹੋਈ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਦੀ ਧਰਤੀ ਤੇ ਸਨ ਤੇ ਆਪ ਸਭ ਸੰਗਤਾਂ ਨੂੰ ਜਾਣਦੇ ਹੋ ਕਿ ਜਦੋਂ ਮਹਾਰਾਜ ਜੀ ਨੇ ਡੁਬਕੀ ਮਾਰ ਕਰਕੇ ਸੱਚਖੰਡ ਵਿੱਚ ਜਾ ਕਰਕੇ ਪਰਮਪਿਤਾ ਪਰਮਾਤਮਾ ਦੇ ਨਾਲ ਦਰਸ਼ਨ ਕੀਤੇ, ਬਚਨ ਵਿਲਾਸ ਕੀਤੇ, ਸੋਦਰ ਦਾ ਪਾਠ ਮੂਲ ਮੰਤਰ ਸਤਿਗੁਰੂ ਜੀ ਲੈ ਕਰਕੇ ਆਏ। ਉਹ ਉਸ ਸਮੇਂ ਦੀ ਘਟਨਾ ਹੈ ਕਿ ਉੱਥੇ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਜਿਹੜੇ ਸਿੱਖ ਸਨ, ਉਹਨਾਂ ਵਿੱਚ ਇੱਕ ਬੜੇ ਸਤਿਕਾਰਯੋਗ ਮਹਾਂਪੁਰਖ, ਜਿਨ੍ਹਾਂ ਨੂੰ ਆਪ ਜੀ ਜਾਣਦੇ, ਮਲਸੀਆਂ ਨਗਰ ਪੈਂਦਾ ਸੁਲਤਾਨਪੁਰ ਦੇ ਕੋਲ, ਉੱਥੋਂ ਦੇ ਵਸਨੀਕ ਸਨ ਭਾਈ ਭਾਗੀਰਥ ਜੀ ਮਹਾਰਾਜ।
ਜਿਨ੍ਹਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਬਕਾਇਦਾ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਵਿੱਚ ਹੈ, ਉਹ ਵੀ ਮਹਾਰਾਜ ਜੀ ਦੀ ਸੇਵਾ ਵਿੱਚ ਰਹਿੰਦੇ ਸਨ ਜੀ। ਤੇ ਜਦੋਂ ਸਤਿਗੁਰੂ ਜੀ ਇਸ਼ਨਾਨ ਦੇ ਬਹਾਨੇ ਕਰਕੇ ਜਗਤ ਦਾ ਉଦ୍ਧਾਰ ਕਰਨ ਵਾਸਤੇ ਡੁਬਕੀ ਮਾਰੀ ਹੈ, ਤੇ ਜਦੋਂ ਫਿਰ ਤੀਸਰੇ ਦਿਨ ਸਤਿਗੁਰੂ ਜੀ ਬਾਹਰ ਆਏ, ਪ੍ਰਗਟ ਹੋਏ, ਉਸ ਸਮੇਂ ਭਾਈ ਭਗੀਰਥ ਜੀ ਉਸ ਸਮੇਂ ਉਸ ਕਿਨਾਰੇ ਤੇ ਹਾਜ਼ਰ ਸਨ, ਤੱਟ ਦੇ ਉੱਤੇ। ਹਾਂ, ਤੱਟ ਦੇ ਉੱਤੇ ਹਾਜ਼ਰ ਸਨ। ਸੱਤ ਬਚਨ। ਤੇ ਜਦੋਂ ਸਤਿਗੁਰੂ ਜੀ ਬਾਹਰ ਆਏ, ਉਹ ਸਤਿਗੁਰੂ ਜੀ ਦਾ ਦਰਸ਼ਨ, ਉਹਨਾਂ ਦਾ ਵੇਸ਼ ਵੀ ਅਲੌਕਿਕ ਸੀ। ਆਹਾ। ਹਾਲਾਂਕਿ ਉਹ ਬਹੁਤ ਸੰਗਤਾਂ ਨੂੰ ਇਸ ਗੱਲ ਦਾ ਨਹੀਂ ਪਤਾ, ਪਰ ਉਹ ਸਤਿਗੁਰੂ ਜੀ ਜਦੋਂ ਵੇਈ ਨਦੀ ਚੋਂ ਬਾਹਰ ਨਿਕਲੇ ਸਨ, ਉਸ ਸਮੇਂ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਜਿਹੜਾ ਭੇਸ ਉਹਨਾਂ ਨੇ ਵਸਤਰ ਧਾਰਨ ਕੀਤੇ ਸਨ, ਉਹ ਇਹੋ ਜਿਹੇ ਵਸਤਰ ਸਨ ਜਿਹੋ ਜਿਹੇ ਦਾਸ ਨੇ ਧਾਰਨ ਕੀਤੇ, ਯਾਨੀ ਭਗਵਾ ਉਹਨਾਂ ਦਾ ਵਸਤਰ, ਉਹਨਾਂ ਦੇ ਭਗਵੇ ਸਨ, ਉਹਨਾਂ ਦੇ ਪੈਰਾਂ ਵਿੱਚ ਖੜਾਵਾਂ ਸਨ, ਚਰਨਾਂ ਵਿੱਚ, ਹੱਥ ਵਿੱਚ ਜਿਵੇਂ ਨਿਰਮਲੇ ਜਾਂ ਉਦਾਸੀ ਸੰਤ ਕਰਮੰਡਲ ਰੱਖਦੇ, ਕਰਮੰਡਲ ਗੜਵਾ ਜਿਹਨੂੰ ਕਹਿ ਦਿੰਦੇ ਆਪਾਂ, ਚਿੱਪੀ ਕਹਿ ਦਿੰਦੇ ਆ, ਐਸਾ ਮਹਾਰਾਜ ਜੀ ਦਾ ਭੇਸ ਸੀ, ਖੜਾਵਾਂ, ਭਗਵੇ ਵਸਤਰ, ਹੱਥ ਵਿੱਚ ਕਰਮੰਡਲ। ਤੇ ਜਦੋਂ ਮਹਾਰਾਜ ਜੀ ਬਾਹਰ ਨਿਕਲੇ ਤੇ ਭਾਈ ਭਗੀਰਥ ਜੀ ਮਹਾਰਾਜ ਜੀ ਦੇ ਵਸਤਰ ਲੈ ਕੇ ਖੜੇ ਸਨ, ਸੱਤ ਬਚਨ। ਤੇ ਉਹ ਵਸਤਰ ਜਿਹੜੇ ਸਨ ਸਤਿਗੁਰੂ ਜੀ ਨੇ ਪਹਿਨੇ, ਜਿਹੜੇ ਮਹਾਰਾਜ ਜੀ ਦੇ ਆਪਣੇ ਵਸਤਰ ਪਹਿਨੇ ਹੋਏ ਸਨ ਭਗਵੇ, ਉਹ ਫਿਰ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ, ਭਾਈ ਭਗੀਰਥ ਜੀ ਨੂੰ, ਉਹ ਵਸਤਰ ਭਗਵੇ ਅਤੇ ਨਾਲ ਹੀ ਸੱਚਖੰਡ ਵਿੱਚੋਂ ਜੋ ਮੂਲ ਮੰਤਰ ਦੀ ਬਖਸ਼ਿਸ਼ ਲੈ ਕੇ ਆਏ ਸਨ, ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਨੇ ਵੇਈ ਚੋਂ ਨਿਕਲਦੇ ਸਾਰ ਹੀ ਉਹ ਭਗਵਾ ਭੇਸ ਅਤੇ ਮੂਲ ਮੰਤਰ ਦੀ ਬਖਸ਼ਿਸ਼ ਭਾਈ ਭਗੀਰਥ ਜੀ ਨੂੰ ਕੀਤੀ। ਸੱਤ ਬਚਨ। ਤੇ ਪਹਿਲੇ ਜਿਹੜੇ ਮਤਲਬ ਉਪਦੇਸ਼ ਲੈਣ ਵਾਲੇ ਨਿਰਮਲੇ ਮਹਾਂਪੁਰਸ਼ ਸਨ, ਉਹ ਸਨ ਭਾਈ ਭਗੀਰਥ ਜੀ। ਨਿਰਮਲ ਸਿੰਘ। ਯਾਨੀ ਨਿਰਮਲ ਸੰਪਰਦਾਇ ਦੀ ਆਰੰਭਤਾ ਜਿਹੜੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਸੁਲਤਾਨਪੁਰ ਦੀ ਧਰਤੀ ਤੋਂ ਕੀਤੀ ਹੈ। ਉੱਥੇ ਹੀ ਬਾਣੀ ਦਾ ਆਗਾਜ਼ ਵੀ ਹੋਇਆ, ਆਰੰਭਤਾ ਵੀ ਹੋਈ, ਕਿਉਂਕਿ ਮੂਲ ਮੰਤਰ ਦੀ ਬਖਸ਼ਿਸ਼ ਉੱਥੋਂ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਸਭ ਤੋਂ ਪਹਿਲੇ ਅਧਿਕਾਰੀ ਮੂਲ ਮੰਤਰ ਦੇ ਤੇ ਇਸ ਪੇਸ਼ ਦੇ ਭਾਈ ਭਗੀਰਥ ਜੀ ਹੋਏ। ਤੇ ਉਸ ਹਾਂਜੀ, ਉਸ ਤੋਂ ਆਰੰਭਤਾ ਹੋਈ ਹੈ। ਸੱਤ ਬਚਨ। ਤੇ ਉਸ ਤੋਂ ਬਾਅਦ ਫਿਰ ਅੱਗੇ ਜਿੰਨੇ ਗੁਰੂ ਸਾਹਿਬਾਨ ਹੋਏ, ਗੁਰੂ ਅੰਗਦ ਦੇਵ ਜੀ ਜਾਂ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਸਾਰੇ ਗੁਰੂ ਸਾਹਿਬਾਨਾਂ ਦੇ ਟਾਈਮ ਵੱਖ-ਵੱਖ ਸਮੇਂ ਨਿਰਮਲੇ ਸੰਤ ਗੁਰੂ ਸਾਹਿਬਾਨਾਂ ਤੋਂ ਉਪਦੇਸ਼ ਲੈਂਦੇ ਰਹੇ, ਮੰਤਰ ਲੈਂਦੇ ਰਹੇ, ਕਮਾਈ ਕਰਦੇ ਰਹੇ। ਤੇ ਜਦੋਂ ਫਿਰ ਚਲਦੇ ਮਹਾਰਾਜ ਦੀ ਕਿਰਪਾ ਦੇ ਸਦਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 10ਵਾਂ ਜਾਮਾ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਉਦੋਂ ਇਹ ਵਿਸ਼ੇਸ਼ ਜਿਹੜੀ ਵਿੱਦਿਆ ਦੀ ਟਕਸਾਲ, ਵਿੱਦਿਆ ਦੀ ਜਿਹੜੀ ਪਰੰਪਰਾ ਆਰੰਭ ਹੋਈ ਹੈ, ਇਹ ਗੁਰੂ ਨਾਨਕ ਸਾਹਿਬ ਜੀ ਤੇ ਚਲਦੇ ਗੁਰੂ ਗੋਬਿੰਦ ਸਿੰਘ ਜੀ ਤੱਕ ਮੁਕੰਮਲਤਾ ਹੋਈ ਹੈ। ਆਰੰਭਤਾ ਗੁਰੂ ਨਾਨਕ ਸਾਹਿਬ ਜੀ ਤੋਂ ਹੋਈ ਹੈ, ਪਰ ਜਿਹੜੀ ਇਹ ਵਿੱਦਿਆ ਦੀ ਬਖਸ਼ਿਸ਼ ਹੈ, ਹਾਲਾਂਕਿ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੋਨਾਂ ਸਰੂਪਾਂ ਵਿੱਚ ਕੋਈ ਫਰਕ ਨਹੀਂ ਹੈ, ਪਰ ਸਤਿਗੁਰੂ ਜੀ ਦੀ ਆਪਣੀ ਮੌਜ ਹੈ ਕਿ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਜੀ ਪਾਉਂਟਾ ਸਾਹਿਬ ਸਨ, ਤੇ ਪਾਉਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਅਨੇਕ ਕੌਤਕ ਉਹਨਾਂ ਨੇ ਕੀਤੇ, ਲੀਲਾਵਾਂ ਕੀਤੀਆਂ, ਜਿੱਥੇ ਉਹਨਾਂ ਦੇ ਦਰਬਾਰ ਵਿੱਚ 52 ਅਲੱਗ-ਅਲੱਗ ਭਾਸ਼ਾ ਦੇ ਕਵੀ ਵਿਦਵਾਨ ਰਹਿੰਦੇ ਸਨ। ਉੱਥੇ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਪ੍ਰਵੀਣਤਾ ਬਖਸ਼ਿਸ਼ਦੇ ਸਨ। ਹਰ ਰੋਜ਼ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਣਾ, ਯੁੱਧ ਦਾ ਅਭਿਆਸ ਕਰਾਉਣਾ। ਉਸੇ ਦੌਰਾਨ ਹੀ ਸਤਿਗੁਰੂ ਜੀ ਨੇ ਇੱਕ ਵਿੱਦਿਆ ਦਾ ਵੀ ਸੰਕਲਪ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਹਾਂ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਿੱਥੇ ਸਿੱਖਾਂ ਨੂੰ ਅਸੀਂ ਸ਼ਸਤਰ ਵਿੱਦਿਆ ਦੇ ਵਿੱਚ ਪ੍ਰਵੀਣ ਕਰ ਰਹੇ, ਉੱਥੇ ਨਾਲ ਇਹਨਾਂ ਨੂੰ ਸ਼ਾਸਤਰ ਵਿੱਦਿਆ ਵੀ ਚਾਹੀਦੀ ਹੈ। ਬੁੱਧੀ ਤੀਵਰ ਹੋਵੇ। ਹਾਂ, ਵੀ ਇਹਨਾਂ ਨੇ ਸ਼ਸਤਰ ਦਾ, ਹਾਂ, ਗੁਰਬਾਣੀ ਦਾ ਅਧਿਐਨ ਵੀ ਹੋਵੇ, ਔਰ ਸ਼ਸਤਰ ਦੇ ਨਾਲ ਕੱਲ ਨੂੰ ਇਹਨਾਂ ਨੇ ਮਤਲਬ ਸ਼ਸਤਰ ਦਾ ਪ੍ਰਯੋਗ ਕਰਨਾ ਹੈ ਜੀ ਜੀ। ਤੇ ਸ਼ਸਤਰ ਦੀ ਵਰਤੋਂ ਕਿੱਥੇ ਕਰਨੀ ਹੈ, ਉਹਦੇ ਵਾਸਤੇ ਇਹਨਾਂ ਨੂੰ ਮਤਲਬ ਸ਼ਾਸਤਰ ਦੇ ਨਾਲ ਜ਼ਰੂਰੀ ਜੁੜਨਾ ਪਏਗਾ। ਤੇ ਉਹਨਾਂ ਨੇ ਫਿਰ ਸੰਕਲਪ ਕਰਕੇ ਤੇ ਸਿੱਖਾਂ ਨੂੰ, ਇੱਕ ਮਹਾਰਾਜ ਜੀ ਦੇ ਕੋਲ ਪੰਡਤ ਰਹਿੰਦੇ ਸਨ, ਰਘੂਨਾਥ ਜੀ ਉਹਨਾਂ ਦਾ ਨਾਂ ਸੀ ਜੀ, ਉੱਥੇ ਉਹਨਾਂ ਵਿਦਵਾਨਾਂ 'ਚ ਜੀ। ਤੇ ਕੁਝ ਸਿੱਖਾਂ ਨੂੰ ਮਹਾਰਾਜ ਜੀ ਨੇ ਪੰਡਤ ਰਘੂਨਾਥ ਜੀ ਦੇ ਕੋਲ ਸੰਸਕ੍ਰਿਤ ਵਿੱਦਿਆ ਪੜ੍ਹਨ ਵਾਸਤੇ ਬਿਠਾਇਆ ਜੀ। ਵੀ ਪੰਡਤ ਜੀ ਤੁਸੀਂ ਇਹਨਾਂ ਨੂੰ ਸੰਸਕ੍ਰਿਤ ਵਿੱਦਿਆ ਪੜ੍ਹਾਇਆ ਕਰੋ। ਉਹ ਕਿਉਂ ਬਿਠਾਇਆ ਗਿਆ? ਕਿਉਂਕਿ ਉਸ ਸਮੇਂ ਜਿੰਨਾ ਵੀ ਪੁਰਾਣਾ ਜੋ ਸਨਾਤਨ ਸਾਹਿਤ ਸੀ, ਉਹ ਸਾਰਾ ਸੰਸਕ੍ਰਿਤ ਵਿੱਚ ਸੀ। ਸੰਸਕ੍ਰਿਤ ਦੇਵ ਭਾਸ਼ਾ ਮੰਨੀ ਜਾਂਦੀ ਹੈ, ਸਾਰੀਆਂ ਭਾਸ਼ਾਵਾਂ ਦੀ ਜਨਨੀ ਮੰਨੀ ਜਾਂਦੀ ਹੈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਮਤਲਬ ਅਲੱਗ-ਅਲੱਗ ਭਾਸ਼ਾ ਦਾ ਵੀ ਰੁਚੀ ਸੀ। ਤੇ ਪੰਡਤ ਜੀ ਦੇ ਕੋਲ ਫਿਰ ਜਦੋਂ ਸਿੱਖਾਂ ਨੂੰ ਬਿਠਾਇਆ ਤੇ ਸਿੱਖਾਂ ਨੇ ਪੜ੍ਹਨਾ ਸ਼ੁਰੂ ਕੀਤਾ। ਲੇਕਿਨ ਕੁਝ ਜਿਹੜੇ ਪੰਡਿਤ, ਵਿਦਵਾਨ, ਬ੍ਰਾਹਮਣ ਲੋਕ ਉਸ ਸਮੇਂ ਦੇ ਸਨ, ਉਹ ਜਾਤੀ ਪਾਤੀ ਦਾ ਬਹੁਤ ਜ਼ਿਆਦਾ ਰੱਖਦੇ ਸੀ ਖਿਆਲ, ਭਈ ਉੱਚ ਜਾਤੀ ਵਾਲੇ ਨੂੰ ਉਹ ਵਿੱਦਿਆ ਪੜ੍ਹਾਉਂਦੇ ਸੀ, ਜਿਹਨੂੰ ਛੋਟੀ ਜਾਤੀ ਵਾਲੇ ਹਾਲਾਂਕਿ ਆਪਣੇ
ਗੁਰਮਤਿ ਦੇ ਵਿੱਚ ਗੁਰੂ ਘਰ ਦੇ ਵਿੱਚ ਕੋਈ ਜਾਤੀ ਪਾਤੀ ਦਾ ਨਹੀਂ ਹੈ, ਨਹੀਂ। ਪਰ ਉਹ ਲੋਕ ਮੰਨਦੇ ਸੀ। ਹਾਂ, ਤੇ ਅੱਜ ਵੀ ਉਹਨਾਂ ਅੱਜ ਵੀ ਹੈ। ਸਾਰੀਆਂ ਅਲੱਗ-ਅਲੱਗ ਆਪਣੀ ਆਪਣੀ ਵਿਚਾਰ ਹੈ। ਤੇ ਫਿਰ 2-4 ਦਿਨ ਜਦੋਂ ਸਿੱਖਾਂ ਨੇ ਪੰਡਤ ਜੀ ਤੋਂ ਵਿੱਦਿਆ ਪੜ੍ਹੀ, ਹੌਲੀ ਹੌਲੀ ਉਹਨਾਂ ਦੀ ਸਿੱਖਾਂ ਦੇ ਨਾਲ ਗੱਲਬਾਤ ਜਿਵੇਂ ਚੱਲੀ ਵਿਦਿਆਰਥੀ ਰੂਪ 'ਚ, ਜੀ ਤੇ ਉਹਨਾਂ ਨੇ ਉਹਨਾਂ ਦੀ ਜਾਤੀ ਪੁੱਛੀ ਵੀ ਤੁਸੀਂ ਕੌਣ ਕੌਣ ਹੋ, ਕਿਹੜੀ ਕਿਹੜੀ ਜਾਤੀ ਦੇ ਹੋ। ਤੇ ਉਹਨਾਂ ਨੇ ਸਾਰਿਆਂ ਨੇ ਦੱਸਿਆ ਵੀ ਅਸੀਂ ਤੇ ਮਹਾਰਾਜ ਜੀ ਕੋਈ ਸ਼ੀਂਬਾ ਸਿੰਘ ਹੈ, ਕੋਈ ਮਤਲਬ ਜੱਟ ਹੈ, ਕੋਈ ਸੁਨਿਆਰਾ ਹੈ। ਅਲੱਗ-ਅਲੱਗ ਸਾਰੇ ਮਹਾਰਾਜ ਦੇ ਕੋਲ ਰਹਿੰਦੇ ਸਨ। ਸਾਰੀ ਉੱਥੇ ਕੋਈ ਜਾਤੀ ਦਾ ਮਤਲਬ ਨਹੀਂ ਸੀ। ਪਰ ਪੰਡਤ ਜੀ ਜਿਹੜੇ ਸਨ ਉਹਨਾਂ ਨੇ ਜਦੋਂ ਜਾਤੀ ਸੁਣੀ ਤੇ ਵਿੱਦਿਆ ਪੜ੍ਹਾਉਣ ਤੋਂ ਉਹਨਾਂ ਨੂੰ ਮਤਲਬ ਇਹ ਹੋ ਗਿਆ ਵੀ ਮਤਲਬ ਸਾਡਾ ਜਿਹੜਾ ਨਿਯਮ ਹੈ ਉਹਦੇ ਅਨੁਸਾਰ ਸਾਨੂੰ ਮਤਲਬ ਅਸੀਂ ਆਪਣੇ ਸਮਾਜ ਤੋਂ ਬਹਿਸ਼ਕ੍ਰਿਤ ਹੋ ਜਾਾਂਗੇ। ਹਾਂ, ਬਿਲਕੁਲ ਬਿਲਕੁਲ। ਉਹਨਾਂ ਕਿਹਾ ਵੀ ਸਾਨੂੰ ਸਾਡਾ ਸਮਾਜ ਜਿਹੜਾ ਆ ਨਾ ਬਹਿਸ਼ਕਾਰ ਕਰ ਦੇਗਾ, ਵੀ ਮੈਂ ਤੁਹਾਨੂੰ ਵਿੱਦਿਆ ਨਹੀਂ ਪੜ੍ਹਾ ਸਕਦਾ। ਤੇ ਸਿੱਖਾਂ ਨੇ ਫਿਰ ਮਹਾਰਾਜ ਜੀ ਕੋਲ ਆ ਕੇ ਬੇਨਤੀ ਕੀਤੀ, ਕਲਗੀਧਰ ਮਹਾਰਾਜ ਜੀ ਕੋਲ, ਵੀ ਪੰਡਤ ਜੀ ਨੇ ਤਾਂ ਜਵਾਬ ਦੇ ਦਿੱਤਾ ਜੀ, ਰਘੁਨਾਥ ਜੀ ਨੇ। ਹਾਂ, ਰਘੁਨਾਥ ਜੀ ਨੇ। ਫਿਰ ਵੀ ਮਹਾਰਾਜ ਜੀ ਨੇ ਪੰਡਤ ਜੀ ਨੂੰ ਬੁਲਾਇਆ, ਸਤਿਕਾਰ ਨਾਲ ਪੁੱਛਿਆ ਵੀ ਪੰਡਤ ਜੀ ਕੀ ਗੱਲ ਹੈ ਵੀ ਤੁਸੀਂ ਇਹਨਾਂ ਨੂੰ ਵਿੱਦਿਆ ਕਿਉਂ ਨਹੀਂ ਪੜ੍ਹਾਉਂਦੇ। ਉਹਨਾਂ ਨੇ ਫਿਰ ਉਹੀ ਆਪਣੀ ਮਜਬੂਰੀ ਦੱਸੀ। ਜੀ ਜੀ। ਤੇ ਕਲਗੀਧਰ ਮਹਾਰਾਜ ਜੀ ਨੇ ਵੀ ਕਈ ਪੰਡਤ ਜੀ ਨੂੰ ਸਮਝਾਇਆ ਕਿ ਪੰਡਤ ਜੀ ਜਦੋਂ ਕੋਈ ਜਿਵੇਂ ਤੁਸੀਂ ਛੋਟਾ ਬੱਚਾ ਹੁੰਦਾ ਬ੍ਰਾਹਮਣ ਦਾ, ਤੇ ਜਦੋਂ ਉਹ ਜਵਾਨ ਹੁੰਦਾ ਆ ਉਹਨੂੰ ਤੁਸੀਂ ਦੀਕਸ਼ਾ ਦਿਲਾਉਂਦੇ ਜੇ, ਗੁਰਮੰਤਰ ਦਿਵਾਉਂਦੇ ਜੇ, ਤੇ ਉਦੋਂ ਆਚਾਰੀਆ ਤੁਹਾਡੇ ਜਿਹੜੇ ਆ ਜਨੇਊ ਪਾਉਂਦੇ ਆ, ਗੁਰਮੰਤਰ ਦਿੰਦੇ ਆ, ਤੇ ਉਦੋਂ ਤੁਸੀਂ ਫਿਰ ਤੁਹਾਡੀ ਜਾਤੀ ਪਾਤੀ ਦਾ ਜਿਹੜਾ ਨਾ ਉਹ ਦੁਬਾਰਾ ਮਾਨੋ ਤੁਸੀਂ ਮੰਨਦੇ ਹੀ ਜੇ, ਦੂਜੀ ਜਾਤੀ ਉਹਨੂੰ ਕਹਿ ਦਿੰਦੇ। ਠੀਕ ਹੈ। ਤੇ ਜਦੋਂ ਕੋਈ ਪੂਰਨ ਮੁਕੰਮਲ ਵਿੱਦਿਆ ਪੜ੍ਹ ਕੇ ਤੁਸੀਂ ਆਪਣੇ ਸਰੂਪ ਨੂੰ ਪ੍ਰਾਪਤ ਕਰਦੇ ਹੋ ਤਾਂ ਤੁਸੀਂ ਪਹਿਲਾਂ ਤੁਸੀਂ ਵੇਦ ਪਾਠੀ ਹੋ, ਉਹਦੇ ਬਾਅਦ ਤੁਸੀਂ ਫਿਰ ਪੂਰਨ ਬ੍ਰਹਮ ਵਿੱਚ ਸਥਿਤ ਹੋ ਜਾਂਦੇ ਹੋ। ਇਸੇ ਤਰ੍ਹਾਂ ਹੀ ਜਿਹੜੇ ਸਿੱਖ ਸਾਡੀ ਹਜ਼ੂਰੀ ਵਿੱਚ ਆ ਜਾਂਦੇ ਆ, ਗੁਰੂ ਚਰਨਾਂ ਵਿੱਚ ਆ ਜਾਂਦੇ ਆ, ਉਹ ਸਿੱਖ ਦਾ ਦੁਬਾਰਾ ਫਿਰ ਕੋਈ ਜਨਮ ਮਰਨ ਜਿਹੜਾ ਪਹਿਲੇ ਵਾਲਾ ਸਭ ਕੱਟਿਆ ਜਾਂਦਾ। ਇਹਨਾਂ ਦੀ ਕੋਈ ਜਾਤੀ ਨਹੀਂ ਹੈ। ਇਹ ਸਾਡੀ ਹਜ਼ੂਰੀ 'ਚ ਆਏ, ਸਾਡੇ ਚਰਨਾਂ 'ਚ ਰਹਿੰਦੇ ਆ। ਪਰ ਪੰਡਤ ਜੀ ਨੇ ਇਹ ਗੱਲ ਨੂੰ ਨਹੀਂ ਸਵੀਕਾਰ ਕੀਤਾ ਜੀ। ਤੇ ਮਹਾਰਾਜ ਜੀ ਨੇ ਸਮਝਾਉਣ ਦਾ ਯਤਨ ਕੀਤਾ, ਪਰ ਫਿਰ ਪੰਡਤ ਜੀ ਜਦੋਂ ਨਹੀਂ ਮੰਨੇ ਤੇ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਪੰਡਤ ਜੀ ਨੂੰ, ਭਈ ਪੰਡਤ ਜੀ ਇਹ ਚਲੋ ਤੁਸੀਂ ਆਪਣੇ ਅਨੁਸਾਰ ਠੀਕ ਹੋ, ਪਰ ਅਸੀਂ ਅੱਜ ਇੱਥੇ ਬਚਨ ਕਰ ਰਹੇ ਹਾਂ ਵੀ ਇਹਨਾਂ ਸਾਡੇ ਸਿੱਖਾਂ ਨੂੰ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿ ਕੇ ਅੱਜ ਵਿੱਦਿਆ ਤੋਂ ਜਵਾਬ ਦਿੱਤਾ ਆ, ਹੁਣ ਅਸੀਂ ਐਸੀ ਕਿਰਪਾ ਪ੍ਰਮਾਤਮਾ ਦੀ ਹੋਏਗੀ, ਇਹਨਾਂ ਨੂੰ ਐਸਾ ਆਸ਼ੀਰਵਾਦ ਦਿਆਂਗੇ ਵੀ ਕੋਈ ਸਮਾਂ ਆਏਗਾ, ਸਮਾਂ ਆਉਣ ਤੇ ਤੁਹਾਡੇ ਬੱਚੇ ਇਹਨਾਂ ਕੋਲੋਂ ਪੜ੍ਹਨਗੇ ਜਿਨ੍ਹਾਂ ਦਾ ਅੱਜ ਤੁਸੀਂ ਸ਼ੂਦਰ ਕਹਿ ਕੇ ਨਿਰਾਦਰ ਕੀਤਾ। ਤੁਹਾਡੇ ਬੱਚੇ ਇਹਨਾਂ ਕੋਲੋਂ ਵਿੱਦਿਆ ਪੜ੍ਹਿਆ ਕਰਨਗੇ। ਤੇ ਉਦੋਂ ਹੀ ਫਿਰ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਇਕੱਠ ਉੱਥੇ ਬੁਲਾਇਆ, ਤੇ ਉਸ ਇਕੱਠ ਦੇ ਅੰਦਰ ਫਿਰ ਪੌਂਟਾ ਸਾਹਿਬ ਦੀ ਧਰਤੀ ਤੇ ਇਹ ਮਤਲਬ ਸਮਾਂ ਜਿਹੜਾ ਆ 1686 ਈਸਵੀ 1723 ਬਿਕਰਮੀ ਉਸ ਸਮੇਂ ਦੀ ਗੱਲ ਹੈ। ਮਹਾਰਾਜ ਜੀ ਨੇ ਇੱਕ ਵਿਸ਼ਾਲ ਇਕੱਠ ਬੁਲਾਇਆ, ਜਿਵੇਂ ਖਾਲਸੇ ਦੀ ਜਦੋਂ ਸਿਰਜਣਾ ਕੀਤੀ ਆ। ਇਹ ਜਿਹੜੀ ਘਟਨਾ ਆ ਖਾਲਸਾ ਪੰਥ ਦੀ ਸਿਰਜਣਾ ਤੋਂ 13 ਸਾਲ ਪਹਿਲਾਂ ਦੀ ਹੈ। ਠੀਕ ਹੈ ਜੀ, 1699 ਤੋਂ 13 ਸਾਲ ਜੀ, 1686। ਠੀਕ ਹੈ ਜੀ। ਤੇ ਮਹਾਰਾਜ ਜੀ ਨੇ ਇੱਕ ਇਕੱਠ ਬੁਲਾ ਕੇ ਉਹਦੇ ਵਿੱਚ ਫਿਰ ਮਹਾਰਾਜ ਜੀ ਨੇ ਜਿਵੇਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਨਾ ਬਾਅਦ ਵਿੱਚ, ਉਸੇ ਤਰ੍ਹਾਂ ਹੀ ਉੱਥੇ ਵੀ ਮਹਾਰਾਜ ਨੇ ਪੰਜਾਂ ਦੀ ਹੀ ਚੋਣ ਕੀਤੀ ਹੈ। ਅੱਛਾ, 7 ਬੱਚੇ ਜੀ। ਖਾਲਸੇ ਦੇ ਵੇਲੇ ਵੀ 5 ਹੀ ਸਿਰ ਮੰਗੇ ਮਹਾਰਾਜ ਜੀ ਨੇ, ਉਸ ਸਮੇਂ ਵੀ ਪੰਜਾਂ ਦੀ ਹੀ ਚੋਣ ਕੀਤੀ ਹੈ ਜੀ। ਪਰ ਉਹ ਜਿਹੜੇ 5 ਚੋਣ ਕੀਤੀ ਹੈ ਮਹਾਰਾਜ ਜੀ ਨੇ ਉਹਨਾਂ ਦੇ ਨਾਮ ਲੈ ਕਰਕੇ ਆਵਾਜ਼ ਮਾਰੀ ਉਹਨਾਂ ਨੂੰ ਜੀ, ਕਿਉਂਕਿ ਉਹ ਮਹਾਰਾਜ ਜੀ ਦੀ ਹਜ਼ੂਰੀ 'ਚ ਰਹਿਣ ਵਾਲੇ ਵਿਦਵਾਨ ਸਿੱਖ ਸਨ, ਜਿਹਨੇ ਗੁਰਮਤਿ ਦੀ ਵਿੱਦਿਆ ਉਹਨਾਂ ਨੇ ਪੜ੍ਹੀ ਹੋਈ ਸੀ। ਉਹਨਾਂ ਨੂੰ ਫਿਰ ਮਹਾਰਾਜ ਜੀ ਨੇ ਪੰਜਾਂ ਸਿੱਖਾਂ ਨੂੰ ਆਵਾਜ਼ ਮਾਰ ਕੇ ਤੇ ਉਹਨਾਂ ਨੂੰ ਮਹਾਰਾਜ ਨੇ ਆਗਿਆ ਕੀਤੀ ਵੀ ਤੁਸੀਂ ਹੁਣ ਬਨਾਰਸ ਜਾਣਾ ਆ। ਠੀਕ ਹੈ। ਕਾਸ਼ੀ ਜੋ ਸਾਡੇ ਨਾਮ ਸੁਣਨ ਚਾਹੁੰਦੇ ਨੇ, ਸੈਣਾ ਸਿੰਘ ਜੀ, ਉਹਨਾਂ ਦੇ ਨਾਮ ਜਿਹੜੇ ਆ ਉਹ ਕਰਮਵਾਰ ਇਹ ਸਨ ਵੀ ਹੁਣ ਕਿਉਂਕਿ ਉਹਨਾਂ ਮਹਾਂਪੁਰਸ਼ਾਂ ਨੂੰ ਆਪਾਂ ਤੇ ਸੰਤ ਹੀ ਕਹਿੰਦੇ ਆ, 7 ਬੱਚੇ ਕਿਉਂ ਸੰਤ ਮਹਾਂਪੁਰਸ਼ ਸਨ ਉਹ। ਤੇ ਉਹ ਸੰਤ ਕਰਮ ਸਿੰਘ ਜੀ, ਸੰਤ ਰਾਮ ਸਿੰਘ ਜੀ, ਸੰਤ ਗੰਡਾ ਸਿੰਘ ਜੀ, ਸੰਤ ਸੈਣਾ ਸਿੰਘ ਜੀ, ਸੰਤ ਸੋਭਾ ਸਿੰਘ ਜੀ, ਇਹ 5 ਮਹਾਂਪੁਰਖ ਸਨ। ਉਹਨਾਂ ਨੂੰ ਫਿਰ ਮਹਾਰਾਜ ਜੀ ਨੇ ਵਿੱਦਿਆ ਦੀ ਆਗਿਆ ਕੀਤੀ ਕਿ ਤੁਸੀਂ ਹੁਣ ਪੰਡਤ ਜੀ ਨੇ ਤਾਂ ਜਵਾਬ ਦੇ ਦਿੱਤਾ, ਕੋਈ ਗੱਲ ਨਹੀਂ, ਤਾਂ ਤੁਸੀਂ ਬਨਾਰਸ ਜਾਓ, ਕਾਸ਼ੀ ਵਿਖੇ। ਹਾਂ, ਕਾਸ਼ੀ ਬਨਾਰਸ ਉਹ ਵਿੱਦਿਆ ਦਾ, ਅਧਿਆਤਮਿਕ ਵਿੱਦਿਆ ਦਾ ਅੱਜ ਵੀ ਉੱਥੇ ਮਤਲਬ ਪ੍ਰਤਿਸ਼ਠਾ ਆ, ਉਦੋਂ ਵੀ ਪ੍ਰਤਿਸ਼ਠਾ ਸੀ। ਤੇ ਉਹਨਾਂ ਨੇ ਫਿਰ ਬੇਨਤੀ ਕੀਤੀ ਵੀ ਮਹਾਰਾਜ ਜੀ ਬਨਾਰਸ ਤੇ ਆਪ ਜੀ ਦੀ ਆਗਿਆ ਨਾਲ ਅਸੀਂ ਜਾਣ ਨੂੰ ਤਿਆਰ ਆ ਜੀ ਜੀ, ਪਰ ਬਨਾਰਸ ਜੇ ਸਾਨੂੰ ਇੱਥੇ ਪੰਡਤ ਜੀ ਨੇ ਜਵਾਬ ਦੇ ਦਿੱਤਾ ਆ ਜੀ, ਤੇ ਜਦੋਂ ਬਨਾਰਸ ਜਾਵਾਂਗੇ ਤੇ ਉੱਥੇ ਤੇ ਫਿਰ ਪੰਡਤਾਂ ਦਾ ਗੜ੍ਹ ਹੈ, ਉੱਥੇ ਸਾਨੂੰ ਮਹਾਰਾਜ ਜੀ ਕਿਹੜਾ ਪੜ੍ਹਾਊਗਾ। ਤੇ ਮਹਾਰਾਜ ਜੀ ਨੇ ਫਿਰ ਕਿਹਾ ਵੀ ਹੁਣ ਅਸੀਂ ਤੁਹਾਨੂੰ ਇਸ ਤਰ੍ਹਾਂ ਦਾ ਭੇਸ ਦੇ ਕਰਕੇ, ਇਸ ਤਰ੍ਹਾਂ ਦੀ ਬਖਸ਼ਿਸ਼ ਕਰਕੇ ਤੁਹਾਨੂੰ ਭੇਜਾਂਗੇ ਵੀ ਉੱਥੇ ਤੁਹਾਨੂੰ ਕੋਈ ਵੀ ਨਹੀਂ ਜਵਾਬ ਦੇਗਾ।
ਜੀ। ਫਿਰ ਮਹਾਰਾਜ ਜੀ ਨੇ ਉਹਨਾਂ ਮਹਾਂਪੁਰਸ਼ਾਂ ਨੂੰ ਫਿਰ ਦੁਬਾਰਾ ਉੱਥੇ ਮਹਾਰਾਜ ਜੀ ਨੇ ਜਿਹੜੇ ਇਹ ਗੇਰੂ ਬਸਤਰ ਜਿਹੜੇ ਮੈਂ ਦਾਸ ਨੇ ਪਹਿਨੇ ਹੋਏ ਆ, ਸਤ ਬਚਨ ਬਾਬਾ ਜੀ। ਇਸ ਤਰ੍ਹਾਂ ਦੇ ਗੇਰੂ ਬਸਤਰ ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਗੇਰੂ ਲਗਾ ਕੇ ਆਪ ਉਹਨਾਂ ਨੂੰ ਗਾਤੀ ਬੋਲਦੇ, ਗਾਤੀ ਜਿਵੇਂ ਮੈਂ ਲਾਈ ਹੋਈ ਇਹਨੂੰ ਗਾਤੀ ਕਹਿ ਦਿੰਦੇ, ਜੀ ਉਹ ਉਹਨਾਂ ਨੂੰ ਗਾਤੀਆਂ ਲਗਵਾ ਕੇ ਹੱਥ ਵਿੱਚ ਚਿੱਪੀਆਂ, ਗਲ ਵਿੱਚ ਰੁਦਰਾਕਸ਼ ਦੀ ਮਾਲਾ, ਜੀ ਪੈਰਾਂ ਵਿੱਚ ਖੜਾਵਾਂ, ਜਿਵੇਂ ਬ੍ਰਹਮਚਾਰੀਆਂ ਵਾਲਾ ਸੰਨਿਆਸੀਆਂ ਵਾਲਾ ਭੇਸ ਦੇ ਕੇ ਨਾ ਮਹਾਰਾਜ ਨੇ ਸਤ ਜੀ। ਫਿਰ ਉਹਨਾਂ ਨੂੰ ਬਹੁਤ ਮਤਲਬ ਬਚਨ ਜਿਹੜੇ ਬਖਸ਼ਿਸ਼ ਭਰੇ ਬਚਨ ਮਹਾਰਾਜ ਨੇ ਜਾਣ ਲੱਗਿਆ ਆਸ਼ੀਰਵਾਦ ਦਿੱਤੀ ਭਈ ਜਦੋਂ ਤੁਸੀਂ ਬਨਾਰਸ ਜਾਓਗੇ ਸਾਡਾ ਆਸ਼ੀਰਵਾਦ 24 ਘੰਟੇ ਮਤਲਬ ਸਵਾਸ ਤੁਹਾਡੇ ਨਾਲ ਹੈ। ਜੀ, ਜੀ, ਤੇ ਬਨਾਰਸ ਦੇ ਅੰਦਰ ਜਿਹੜੀ ਵਿੱਦਿਆ ਲੋਕ ਸਾਲਾਂ ਵਿੱਚ ਪੜ੍ਹਦੇ ਆ ਜੀ। ਉਹ ਸਾਡੀ ਕਿਰਪਾ ਨਾਲ ਤੁਸੀਂ ਮਹੀਨਿਆਂ 'ਚ ਪੜੋਗੇ। ਕੀ ਬਾਤ। ਜਿਹੜੀ ਲੋਕ ਮਹੀਨਿਆਂ 'ਚ ਪੜ੍ਹਦੇ ਆ, ਪਾਤਸ਼ਾਹ ਨੇ ਵਰ ਦਿੱਤਾ। ਕਲਗੀਧਰ ਪਾਤਸ਼ਾਹ ਨੇ ਅਨੇਕਾਂ ਵਰ ਦਿੱਤੇ। ਉਹ ਸਾਰੇ ਜਿਹੜੇ ਬਚਨ ਆ ਵੈਸੇ ਸਾਡੇ ਸਤਿਕਾਰਯੋਗ ਨਿਰਮਲ ਭੇਖ ਦੇ ਜਿਹੜੇ ਮਹਾਨ ਵਿਦਵਾਨ ਹੈ ਜੀ ਜੀ। ਸੰਤ ਗਿਆਨੀ ਗਿਆਨ ਸਿੰਘ ਜੀ, ਅੱਛਾ ਜੀ। ਉਹ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਜਿਨ੍ਹਾਂ ਨੇ- ਖੁਦ ਲਿਖਦੇ, ਉਹਨਾਂ ਇਹ ਸਾਰਾ ਇਤਿਹਾਸ ਲਿਖਿਆ ਹੈ ਬਕਾਇਦਾ। ਜੀ ਜੀ। ਪਟਨਾ ਪੌਂਟਾ ਸਾਹਿਬ ਤੋਂ ਜਿਵੇਂ ਚੱਲੇ, ਜਿਵੇਂ ਉੱਥੇ ਜਾ ਕੇ ਪੜ੍ਹੇ, ਉਹਨਾਂ ਵਿਸਤਾਰ ਸਹਿਤ ਲਿਖਿਆ। ਸੰਗਤ ਜੀ ਇਹ ਵੀ ਗੱਲ ਬਹੁਤ ਨੋਟ ਕਰਨ ਵਾਲੀ ਹੈ ਜੋ ਜੀ। ਸੰਤ ਜੀ ਨੇ ਦੱਸੀ ਹੈ ਜੀ। ਵੀ ਪੰਥ ਪ੍ਰਕਾਸ਼ ਜੋ ਕਿ ਇੱਕ ਮਹਾਨ ਸਾਡੇ ਕੋਲ ਸਾਹਿਤ ਹੈ ਗੁਰੂ ਇਤਿਹਾਸ ਦਾ, ਜੀ। ਵੀ ਉਹਦੇ ਜੋ ਰਚਨਹਾਰ ਨੇ ਯਾਨੀ ਗਿਆਨ ਸਿੰਘ ਜੀ, ਉਹਨਾਂ ਨੇ ਸਾਰੀ ਇਸ ਗੱਲ ਦੀ ਵੇਰਵਾ ਤਰਤੀਬ ਦੇ ਅੰਦਰ ਲਿਖਿਆ ਤੇ ਤੁਸੀਂ ਉਹਦੇ ਅੰਦਰ ਡਿਟੇਲ ਚ ਵੀ ਪੜ ਸਕਦੇ ਹੋ। ਬਿਲਕੁਲ। ਤੇ ਅਸੀਂ ਸ਼ਾਸਤਰੀ ਜੀ ਫਿਰ ਜਦੋਂ ਉਹ ਵਿੱਦਿਆ ਪ੍ਰਾਪਤ ਕੀਤੀ ਉਹਨਾਂ ਫਿਰ ਉਹ ਵਿੱਦਿਆ ਪ੍ਰਾਪਤ ਕਰਨ ਗਏ, ਜਦੋਂ ਉੱਥੇ ਜਾ ਕੇ ਉਹਨਾਂ ਨੇ ਫਿਰ ਮਤਲਬ ਉੱਥੇ ਅਸਥਾਨ ਆ, ਅੱਜ ਵੀ ਅਸਥਾਨ ਹੈ ਕਾਸ਼ੀ ਬਨਾਰਸ ਦੇ ਵਿੱਚ, ਉਹਨੂੰ ਹੁਣ ਕਹਿੰਦੇ ਆ ਉਹ ਜਿਹੜਾ ਸਥਾਨ ਜਿੱਥੇ ਹੋ ਰਿਹਾ ਉਹਨੂੰ ਚੇਤਨ ਮੱਠ ਕਰਕੇ ਕਹਿੰਦੇ, ਚੇਤਨ ਮੱਠ। ਠੀਕ ਹੈ, ਉਹ ਉੱਥੇ ਗੁਰੂ ਘਰ ਬਣਿਆ ਹੋਇਆ ਉੱਥੇ ਆਪਣਾ ਹਾਂ ਗੁਰੂ ਘਰ ਜਿਵੇਂ ਆਪਣਾ ਸਥਾਨ ਆ ਨਿਰਮਲ ਸੰਪਰਦਾਇ ਦੇ ਕੋਲ ਹੀ ਆ, ਉਹ ਡੇਰਾ ਕਹਿ ਦਈਏ, ਸਥਾਨ ਕਹਿ ਦਈਏ। ਉਸੇ ਹੀ ਸਥਾਨ ਤੇ ਬਾਅਦ ਵਿੱਚ ਜਦੋਂ ਭਾਈ ਗੁਰਦਾਸ ਜੀ ਗਏ ਆ, ਜੀ ਜੀ, ਘੋੜਿਆਂ ਦਾ ਵਪਾਰ ਕਰਨ ਤੋਂ ਬਾਅਦ ਉਧਰ ਨੂੰ ਗਏ ਆ, ਉਸੇ ਸਥਾਨ ਤੇ ਭਾਈ ਗੁਰਦਾਸ ਜੀ ਵੀ ਤਕਰੀਬਨ 1.5 ਪੌਣੇ 2 ਸਾਲ ਉੱਥੇ ਰੁਕੇ। ਭਾਈ ਗੁਰਦਾਸ ਜੀ ਵੀ ਭਾਈ ਗੁਰਦਾਸ ਜੀ ਜਦੋਂ ਗਏ ਆ ਜੀ ਜੀ, ਤੇ ਜਾਨੀ ਉੱਥੇ ਜਾ ਕੇ ਮਹਾਂਪੁਰਸ਼ਾਂ ਨੇ, ਉਸ ਸਮੇਂ ਸਥਾਨ ਨਹੀਂ ਸੀ, ਉਸ ਸਮੇਂ ਤੇ ਜੰਗਲ ਜਿਵੇਂ ਹੁੰਦੇ ਸੀ, ਉਹਨਾਂ ਨੇ ਉੱਥੇ ਇੱਕ ਬੋਹੜ ਦਾ ਰੁੱਖ ਸੀ, ਜੀ ਉਹਦੇ ਥੱਲੇ ਜਾ ਕੇ ਉਹਨਾਂ ਨੇ ਆਪਣੀਆਂ ਝੌਂਪੜੀਆਂ ਪਾ ਲਈਆਂ ਤੇ ਆਸਣ ਲਾ ਲਏ ਤੇ ਪੜ੍ਹਨਾ ਸ਼ੁਰੂ ਕੀਤਾ। ਉਸ ਸਮੇਂ ਜਿਵੇਂ ਸਾਧੂਆਂ ਦਾ ਭੇਸ ਹੁੰਦਾ ਆ, ਸਵੇਰੇ ਜਾਂਦੇ ਸੀ ਉੱਥੇ ਪ੍ਰੇਮੀ ਭਗਤਾਂ ਦੇ ਘਰਾਂ 'ਚ ਆਪਣੀ ਭਿਕਸ਼ਾ ਕਰਦੇ ਸੀ, ਪ੍ਰਸ਼ਾਦਾ ਲੈ ਕੇ ਤੇ ਛਕ ਕੇ ਤੇ ਮਤਲਬ ਪੜ੍ਹਦੇ ਰਹਿੰਦੇ ਸੀ। ਉਹਨਾਂ ਦੀ ਬੜੀ ਮਹਾਰਾਜ ਦੀ ਕਿਰਪਾ ਨਾਲ ਘਾਲਣਾ ਵੀ ਘਾਲੀ, ਕਿਉਂਕਿ ਔਖਾ ਸਮਾਂ ਸੀ। ਬਨਾਰਸ ਦੇ ਵਿੱਚ ਜਾਣਾ ਹੀ ਬੜਾ ਆਪਣੇ ਵਾਜ ਇੱਕ ਰਿਕਾਰਡ ਹੈ। ਜੀ ਜੀ, ਤੇ ਜਦੋਂ ਉੱਥੇ ਗਏ ਜਾਨੀ ਬੜੀ ਉਹਨਾਂ ਮਸ਼ੱਕਤ ਦੇ ਨਾਲ ਸਾਰੀ ਵੇਦ ਵਿਦੰਗ ਦੀ ਵਿੱਦਿਆ ਇਕੱਠੀ ਕੀਤੀ ਜੀ, ਤੇ ਉੱਥੇ ਉਹਨਾਂ ਦਾ ਜਸ਼ ਵੀ ਬਹੁਤ ਹੋਇਆ। ਜੀ, ਅਨੇਕਾਂ ਜਾਨੀ ਬੜਾ ਲੰਬਾ ਇਤਿਹਾਸ ਹੈ ਜੀ, ਕਿ ਬੜੀ ਬਖਸ਼ਿਸ਼ ਉਹਨਾਂ ਤੇ ਸੀ ਮਹਾਰਾਜ ਜੀ ਦੀ। ਜੀ। ਤੇ ਜਿੱਧਰ ਨੂੰ ਉਹ ਬਨਾਰਸ ਵਿੱਚ ਜਾਂਦੇ ਸੀ ਲੋਕ ਕਹਿੰਦੇ ਵੀ ਨਿਰਮਲੇ ਸੰਤ ਆ ਗਏ, ਪੰਜਾਬੀ ਸੰਤ ਆ ਗਏ, ਨਿਰਮਲੇ ਸੰਤ, ਯਾਨੀ ਇੰਨਾ ਉਹਨਾਂ ਦਾ ਉੱਥੇ ਸਤਿਕਾਰ ਹੋ ਗਿਆ। ਉੱਥੇ ਵੀ ਸਿੱਖੀ ਦਾ ਪ੍ਰਚਾਰ ਉਹਨਾਂ ਨੇ ਨਾਲ ਨਾਲ ਪ੍ਰਚਾਰ ਪ੍ਰਸਾਰ ਵੀ ਕਲਗੀਧਰ ਮਹਾਰਾਜ ਜੀ ਦਾ ਜੋ ਉਦੇਸ਼ ਸੀ ਉਹਨੂੰ ਉਹਨਾਂ ਨੇ ਫੈਲਾਇਆ ਤੇ ਵਿੱਦਿਆ ਪੜ੍ਹੀ। ਤੇ ਫਿਰ ਜਾਨੀ ਉਹ ਵਿੱਦਿਆ ਪੜ੍ਹਨ ਤੋਂ ਬਾਅਦ ਉੱਥੇ ਉਹਨਾਂ ਨੂੰ 12-13 ਸਾਲ ਜਦੋਂ ਉੱਥੇ ਵਿੱਦਿਆ ਪੜ੍ਹਦੇ ਹੋ ਗਏ ਤੇ ਇੱਧਰੋਂ ਕਲਗੀਧਰ ਮਹਾਰਾਜ ਜੀ ਅਨੰਦਪੁਰ ਸਾਹਿਬ ਆ ਗਏ। ਅੱਛਾ ਜੀ, ਤੇ ਜਦੋਂ ਅਨੰਦਪੁਰ ਸਾਹਿਬ ਮਹਾਰਾਜ ਜੀ ਆ ਗਏ, ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਉਸ ਸਮੇਂ ਫਿਰ ਮਹਾਰਾਜ ਜੀ ਨੇ ਉਹਨਾਂ ਸਿੱਖਾਂ ਨੂੰ ਯਾਦ ਕੀਤਾ ਵੀ ਸਾਡੇ ਗਏ ਹੋਏ ਸਿੱਖ ਉੱਥੇ ਪੜਨ। ਸੰਤ ਕਰਮ ਸਿੰਘ ਜੀ, ਹਾਂ, ਸੰਤ ਕਰਮ ਸਿੰਘ, ਗੰਡਾ ਸਿੰਘ, ਸੈਣਾ ਸਿੰਘ, ਸੋਭਾ ਸਿੰਘ, ਉਹਨਾਂ ਨੂੰ ਜਿਵੇਂ ਉੱਥੇ ਸੰਦੇਸ਼ਾ ਗਿਆ ਤੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਸਾਨੂੰ ਕਲਗੀਧਰ ਮਹਾਰਾਜ ਨੇ ਯਾਦ ਕੀਤਾ। ਮਤਲਬ 1686 ਦੇ ਗਏ ਸੀ, 12-13 ਹਾਂ 12-13 ਜਾਨੀ 1699 ਜਦੋਂ ਮਹਾਰਾਜ ਨੇ ਖਾਲਸਾ ਤਿਆਰ ਕੀਤਾ ਉਦੋਂ ਉਹਨਾਂ ਨੂੰ ਸੰਦੇਸ਼ਾ ਗਿਆ। ਠੀਕ ਹੈ ਜੀ। ਤੇ ਫਿਰ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਉੱਥੋਂ ਆਪਣੇ ਜਿਨ੍ਹਾਂ ਤੋਂ ਵਿਦਿਆ ਪੜ੍ਹਦੇ ਸੀ ਜੀ ਜੀ, ਉਹਨਾਂ ਤੋਂ ਆਪਣੇ ਉਸਤਾਦ ਗੁਰੂ ਜਿਹੜੇ ਸੀ ਉਹਨਾਂ ਤੋਂ ਉਹਨਾਂ ਨੇ ਆਗਿਆ ਮੰਗੀ ਵੀ ਸਾਨੂੰ ਕਲਗੀਧਰ ਮਹਾਰਾਜ ਨੇ ਸਾਡੇ ਗੁਰੂਆਂ ਨੇ ਯਾਦ ਕੀਤਾ ਤੇ ਸਾਨੂੰ ਹੁਣ ਆਗਿਆ ਦਿੱਤੀ ਜਾਏ। ਜੀ ਜੀ, ਹਾਲਾਂਕਿ ਨਾ ਤੇ ਉਹ ਹੀ ਉਹਨਾਂ ਨੂੰ ਭੇਜਣਾ ਚਾਹੁੰਦੇ ਸੀ, ਨਾ ਹੀ ਸੰਗਤ ਭੇਜਣਾ ਚਾਹੁੰਦੀ ਸੀ। ਅੱਛਾ, ਇੰਨਾ ਪ੍ਰੇਮ ਬਣ ਗਿਆ ਵੀ ਸੰਗਤ ਉਹਨਾਂ ਨੂੰ ਭੇਜਣਾ ਹੀ ਨਹੀਂ ਸੀ ਚਾਹੁੰਦੀ। ਜੀ, ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਅਸੀਂ ਤੇ ਸਾਨੂੰ ਗੁਰੂਦੇਵ ਮਹਾਰਾਜ ਦੀ ਆਗਿਆ, ਅਸੀਂ ਤੇ ਜਾਵਾਂਗੇ, ਅਸੀਂ ਤੇ ਦਰਸ਼ਨਾਂ ਨੂੰ ਤਰਸ ਰਹੇ ਹਾਂ। ਜੀ ਜੀ, ਫਿਰ ਵੀ ਸੰਗਤ ਨੇ ਕਿਹਾ ਵੀ ਮਹਾਰਾਜ ਜੇ ਤੁਸੀਂ ਹੁਣ ਜਾਣਾ ਹੀ ਹੈ, ਚਲੋ ਅਸੀਂ ਤੁਹਾਨੂੰ ਰੋਕ ਤੇ ਨਹੀਂ ਗੇ ਸਕਦੇ, ਪਰ ਸਾਨੂੰ ਆਪਣੀ ਕੋਈ ਨਿਸ਼ਾਨੀ ਦੇ ਕੇ ਜਾਓ ਜੀ, ਵੀ ਜਿਹਦੇ ਨਾਲ ਅਸੀਂ ਤੁਹਾਨੂੰ ਯਾਦ ਕਰਦੇ ਰਹੀਏ। ਜੀ। ਫਿਰ ਉਹਨਾਂ ਮਹਾਂਪੁਰਸ਼ਾਂ ਨੇ ਜਿਹੜੇ ਵੱਡੇ, ਉਹਨਾਂ ਚੋਂ ਵੱਡੇ ਸਨ ਸੰਤ ਬਾਬਾ ਕਰਮ ਸਿੰਘ ਜੀ, ਜੀ, ਉਹਨਾਂ ਨੇ ਫਿਰ ਉੱਥੋਂ ਦਾ ਹੀ ਇੱਕ ਉਹਨਾਂ ਦੇ ਵਿਦਿਆਰਥੀ ਸੀ, ਜੀ, ਉਹਦਾ ਨਾਮ ਉਸ ਸਮੇਂ ਮਤਲਬ ਜੈ ਰਾਮ ਸੀ, ਉਹ ਇੱਕ ਪੰਡਤ ਦਾ ਲੜਕਾ ਸੀ ਜੈ ਰਾਮ। ਜੀ, ਜਿਹੜੇ ਪੰਡਤ ਜੀ ਕੋਲ ਪੜ੍ਹਦੇ ਸਨ ਨਾ, ਜੀ, ਸਦਾਨੰਦ ਜੀ ਉਹਨਾਂ ਦਾ ਨਾਂ ਸੀ, ਜਿਨ੍ਹਾਂ ਕੋਲ ਪੜ੍ਹਦੇ ਸੀ, ਉਹਨਾਂ ਦਾ ਲੜਕਾ ਸੀ ਜੀ, ਜੈ ਰਾਮ। ਜੈ ਰਾਮ। ਉਹਨਾਂ ਨੇ ਫਿਰ ਉਸ ਜੈ ਰਾਮ ਨੂੰ, ਜਿਵੇਂ ਉਸ ਸਮੇਂ ਦੀਕਸ਼ਾ ਦੇਣ ਦੀ ਗੁਰੂ ਘਰ ਦੀ ਪਰੰਪਰਾ ਸੀ ਨਾ, ਚਰਨ ਪਾਹੁਲ ਦਿੱਤੀ ਜਾਂਦੀ ਸੀ ਉਸ ਸਮੇਂ,
ਉਹਨਾਂ ਨੇ ਸੰਤ ਕਰਮ ਸਿੰਘ ਜੀ ਨੇ ਫਿਰ ਉਹਨੂੰ ਜੈ ਰਾਮ ਨੂੰ ਚਰਨ ਪਹੁਲ ਦੇ ਕੇ ਆਪਣਾ ਸ਼ਿਸ਼ ਬਣਾ ਕੇ, ਚੇਲਾ ਬਣਾ ਕੇ, ਬਈ ਸਿੱਖੀ ਦੇ ਪ੍ਰਚਾਰ ਹਾਂ, ਪ੍ਰਸਾਰ ਤੇ ਲਈ। ਉਹਨੂੰ ਫਿਰ ਉਹਦਾ ਨਾਂ ਜੈ ਸਿੰਘ ਰੱਖਿਆ ਉਹਨਾਂ ਨੇ। ਅੱਛਾ ਤੇ ਜੈ ਸਿੰਘ ਦਾ ਨਾਂ ਰੱਖ ਕੇ ਤੇ ਉਹਨੂੰ ਫਿਰ ਉਸ ਸਥਾਨ ਤੇ ਮੰਨੋ ਜਿਵੇਂ ਆਪਣਾ ਉੱਤਰਾਧਿਕਾਰੀ ਬਣਾ ਕੇ ਉਹਨਾਂ ਨੇ ਕਿਹਾ ਸੰਗਤ ਨੂੰ ਵੀ ਇਹ ਸਾਡਾ ਹੀ ਮੰਨੋ ਰੂਪ ਹੈ। ਜੀ ਉਹਨੂੰ ਉੱਥੇ ਛੱਡ ਕੇ ਉਹ ਫਿਰ ਸਿੱਖ ਜਿਹੜੇ ਸੀ ਉਹ ਮਹਾਰਾਜ ਦੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦਰਬਾਰ ਵਿੱਚ ਆਏ। ਅੱਛਾ ਤੇ ਜਦੋਂ ਆਏ ਫਿਰ ਉਹਨਾਂ ਨੇ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ। ਫਿਰ ਉਹਨਾਂ ਨੇ ਸੰਸਕ੍ਰਿਤ ਦੇ ਸ਼ਲੋਕ ਬੋਲ ਕੇ ਮਹਾਰਾਜ ਦੀ ਸਤੁਤੀ ਕੀਤੀ। ਅੱਛਾ ਹਾਂ, ਉਹ ਵੀ ਜਿਹੜੇ ਸ਼ਲੋਕ ਨੇ ਸੰਸਕ੍ਰਿਤ ਦੇ ਉਹ ਆਪਣੇ ਇਤਿਹਾਸ ਵਿੱਚ ਆਪ ਜੀ ਨੂੰ ਕੋਈ ਸਮਾਂ ਮਿਲਿਆ ਤੇ ਆਪਾਂ ਉਹਦੇ ਸੱਤ ਬਚਨ ਬਾਬਾ ਜੀ। ਹਾਂਜੀ, ਉਹ ਆਪਣੇ ਕੋਲ ਸ਼ਲੋਕ ਹੈਗੇ ਆ ਜਿਹੜੇ ਸ਼ਲੋਕ ਬੋਲ ਕੇ ਉਹਨਾਂ ਨਿਰਮਲ ਨੇ, ਸੰਪਰਦਾਇ ਕੋਲ ਉਹ ਹਾਂਜੀ, ਉਹ ਸ਼ਲੋਕ ਹੈਗੇ ਜੀ ਸਾਂਭੀ ਦੇ, ਪਈ ਹੈ ਜੀ। ਹਾਂ 8 ਜਾਨੀ ਇੱਕ ਪੂਰਾ ਸਤੋਤਰ ਉਹਨਾਂ ਨੇ ਉਚਾਰਨ ਕੀਤਾ ਮਹਾਰਾਜ ਦੇ ਸਾਹਮਣੇ, ਅੱਛਾ ਸਤੁਤੀ ਕੀਤੀ ਤੇ ਬੜੇ ਪ੍ਰਸੰਨ ਹੋਏ ਮਹਾਰਾਜ ਜੀ। ਜੀ ਉਦੋਂ ਵੀ ਕਈ ਵਰਦਾਨ ਦਿੱਤੇ ਵੀ ਇਹ ਮੇਰੇ, ਉਹਨਾਂ ਨੇ ਮਹਾਰਾਜ ਨੇ ਕਿਹਾ ਵੀ ਇਹ ਮੇਰੇ ਨਿਰਮਲੇ ਸੰਤ ਹੈ। ਜੀ ਇਹ ਉਹਨਾਂ ਨੂੰ ਕਈ ਵਰਦਾਨ ਦਿੱਤੇ। ਫਿਰ ਉਹਨਾਂ ਨੂੰ ਦਰਬਾਰ 'ਚ ਰਹਿਣ ਲੱਗੇ। ਉਹਨਾਂ ਨੂੰ ਫਿਰ ਮਹਾਰਾਜ ਨੇ ਆਗਿਆ ਕੀਤੀ ਵੀ ਤੁਸੀਂ ਹੁਣ ਸਿੱਖ ਜਿਹੜੇ ਨਾਲ ਇੱਥੇ ਹੈਗੇ ਆ ਜੱਥੇ ਦੇ ਵਿੱਚ ਮਹਾਰਾਜ ਦੇ ਕੋਲ, ਵੀ ਉਹਨਾਂ ਨੂੰ ਸੰਸਕ੍ਰਿਤ ਵਿੱਦਿਆ ਜਿੰਨੀ ਤੁਸੀਂ ਪੜ੍ਹ ਕੇ ਆਏ ਆ ਉਹ ਪੜ੍ਹਾਓ, ਗ੍ਰੰਥਾਂ ਦੇ ਉਲੱਥੇ ਕਰੋ। ਇੱਥੋਂ ਤੱਕ ਵੀ ਮਤਲਬ ਜ਼ਿਕਰ ਮਿਲਦਾ ਕਿ ਜਿਵੇਂ ਸੰਤ ਕਰਮ ਸਿੰਘ ਜੀ ਮਹਾਰਾਜ ਗੁਰੂ ਮਹਾਰਾਜ ਦੇ ਕੋਲ ਉਪਨਿਸ਼ਦਾਂ ਦੀ ਕਥਾ ਕਰਦੇ, ਪੰਡਿਤ ਰਾਮ ਸਿੰਘ ਜੀ ਭਾਗਵਤ ਦੀ ਕਥਾ ਕਰਦੇ, ਦਰਬਾਰ 'ਚ ਵੀ ਉਹ ਕਥਾ ਵੀ ਸੁਣਾਉਂਦੇ ਸਨ, ਉਲੱਥੇ ਵੀ ਕਰਦੇ ਸਨ। ਇਸ ਤਰ੍ਹਾਂ ਕਰਕੇ ਫਿਰ ਉਹਨਾਂ ਨੇ ਵਿੱਦਿਆ ਜਦੋਂ ਪੜ੍ਹੀ ਤੇ ਫਿਰ ਅੱਗੇ ਪ੍ਰਚਾਰ ਪ੍ਰਸਾਰ ਦੀ ਟਕਸਾਲ ਜਿਹੜੀ ਉਦੋਂ ਤੋਂ ਫਿਰ ਆਰੰਭ ਹੋਈ। ਹੁਣ ਵੀ ਅੱਗੇ ਜਿਵੇਂ ਬਨਾਰਸ ਦੇ ਵਿੱਚ ਹੁਣ ਵੀ ਉਸੇ ਤਰ੍ਹਾਂ ਆਪਣਾ ਚੱਲ ਰਿਹਾ, ਹੁਣ ਸੰਸਕ੍ਰਿਤ ਦੇ ਵਿਦਿਆਲੇ ਵੀ ਚੱਲ ਰਹੇ ਆ। ਇਸ ਤਰ੍ਹਾਂ ਯਾਨੀ ਆਰੰਭਤਾ ਹੋਈ ਹੈ, ਵਿੱਦਿਆ ਦੀ ਬਖਸ਼ਿਸ਼ ਹੋਈ ਹੈ। ਬਹੁਤ ਵਿਸਤਾਰ ਦੇ ਨਾਲ ਸੰਤ ਜੀ ਨੇ ਸਾਨੂੰ ਨਿਰਮਲ ਭੇਖ ਦੀ ਆਰੰਭਤਾ ਬਾਰੇ ਦੱਸਿਆ। ਕਿੰਨੀ ਗੁਰੂ ਖਾਲਸਾ ਸੰਗਤ ਜੀ, ਕਿੰਨੀ ਖੁਸ਼ੀ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸ਼ੁਰੂ ਹੋਈ ਸੰਪਰਦਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਉਧਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਆਪਣਾ ਭੇਖ ਦੇ ਕੇ ਸੰਤ ਜੀ ਨੇ ਕਿੰਨੇ ਵਿਸਤਾਰ ਨਾਲ ਦੱਸਿਆ। ਇਹ ਜਿਹੜੇ ਭਗੀਰਥ ਜੀ ਹੋਏ ਨੇ, ਇਹਨਾਂ ਨੇ ਅੱਗੋਂ ਸਿੰਗਲਾ ਦੀਪ ਦੇ ਅੰਦਰ ਜਾ ਕੇ ਰਾਜੇ ਸ਼ਿਵਨਾਵਰਾਂ ਨੂੰ, ਉੱਥੇ ਦੇ ਪੂਰੇ ਸਿੰਗਲਾ ਦੀਪ ਦੇ ਅੰਦਰ ਸਿੱਖੀ ਦੀ ਜੋ ਬੂਟਾ ਲਾਇਆ ਸੀਗਾ, ਉਹ ਭਗੀਰਥ ਜੀ ਨੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਉੱਥੇ ਮਹਾਰਾਜ ਨੇ ਆਪ ਦਰਸ਼ਨ ਵੀ ਦਿੱਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉੱਥੇ ਮਹਾਰਾਜ ਨੇ ਸ਼ਬਦ ਵੀ ਉਚਾਰਨ ਕੀਤਾ ਸੀਗਾ, ਗਾਛੋ ਪੁੱਤਰ ਹੀ ਰਾਜਕੁਆਰ, ਉਹ ਵੀ ਸ਼ਬਦ ਵੀ ਉੱਥੇ ਹੀ ਉਚਾਰਨ ਹੋਇਆ ਸੀ। ਸੋ ਖਾਲਸਾ ਜੀ, ਕਿੰਨੀ ਸਾਡੇ ਲਈ ਭਾਗਸ਼ਾਲੀ ਦੀ ਗੱਲ ਹੈ ਵੀ ਨਿਰਮਲ ਭੇਖ ਇੱਕ ਵਿਦਵਾਨਾਂ ਦਾ ਗੜ ਬਣਿਆ ਕਾਂਸ਼ੀ, ਜਿੱਥੇ ਸੰਤ ਜੀ ਨੇ ਦੱਸਿਆ ਚੇਤਨ ਮੱਠ ਦੇ ਅੰਦਰ ਅੱਜ ਤੱਕ ਪ੍ਰਚਾਰ ਤੇ ਪ੍ਰਸਾਰ ਚੱਲ ਰਿਹਾ ਹੈ। ਔਰ ਕਿੰਨੀ ਗੱਲ ਨੋਟ ਕਰਨ ਵਾਲੀ ਹੈ ਤੁਸੀਂ ਸੰਗਤ ਸਾਰੇ, ਬਈ ਉਹਨਾਂ ਨੇ ਜੋ ਸੰਸਕ੍ਰਿਤ ਦੇ ਸ਼ਲੋਕ ਉਚਾਰਨ ਕੀਤੇ, ਮਹਾਰਾਜ ਦੀ ਸਤੁਤੀ ਕੀਤੀ, ਪ੍ਰਸ਼ੰਸਾ ਕੀਤੀ, ਮਹਾਰਾਜ ਦਾ ਜਸ ਗਾਇਆ, ਉਹ ਵੀ ਸੰਤ ਜੀ ਕਿਸ ਦਿਨ ਸਮਾਂ ਬਣਿਆ ਤੇ ਤੁਸੀਂ ਕਦੇ ਵੀ ਤੁਹਾਨੂੰ ਤੁਸੀਂ YouTube ਦੇ ਉੱਤੇ ਉਹ ਵੀ ਸਾਡੇ ਨਾਲ ਜਰੂਰ ਸ਼ੇਅਰ ਕਰਨਾ। ਅਕਾਲ ਸਹਾਏ ਦੀ ਜੋ ਸੰਗਤ ਹੈ, ਜੋ ਫੋਲੋਵਰਸ ਨੇ, ਉਹ ਬੜੇ ਜਿਗਿਆਸੂ ਨੇ ਤੇ ਤੁਹਾਨੂੰ ਸੁਣ ਕੇ ਬਹੁਤ ਪ੍ਰਸੰਨ ਹੋਣਗੇ। ਉਹ ਜੇ ਆਪ ਜੀ ਸਰਲ ਭਾਸ਼ਾ ਦੇ ਅੰਦਰ ਉਹ ਸਾਨੂੰ ਉਹ ਵੀ ਕਰੋ।